प्रोग्राम गुरमुत ਗਿਆਨ ਲਾਈਵ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮੁਤ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਗਿਆਨੀ ਜੀ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਗਿਆਨੀ ਜੀ ਨੇ ਪੌੜੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਅਤੇ ਆਸਣ ਲੋਏ ਲੋਏ ਭੰਡਾਰ ਇਹ ਦੋ ਪੌੜੀਆਂ ਦੇ ਜੋ ਅਖਰੀ ਅਰਥ ਹਨ ਅਤੇ ਵਿਆਕਰਣ ਦੀ ਜੋ ਸੇਧ ਸੀ ਉਹ ਦਿੱਤੀ। ਇਸ ਹਫਤੇ ਇਸ ਪ੍ਰੋਗਰਾਮ ਦੀ ਆਰੰਭਤਾ ਜੋ ਅਗਲੀ ਪੌੜੀ ਹੈ ਇੱਕ ਦੂ ਜੀਬੋ ਲੱਖ ਹੋਏ ਲੱਖ 20 ਇਸ ਤੋਂ ਕੀਤਾ ਜਾਂਦਾ ਹੈ। ਇੱਕ ਦੂ ਜੀਬੋ ਲੱਖ ਹੋਏ ਲੱਖ 20 ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਾਪਤ ਪਵੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੂੰ ਮਨੁੱਖਤਾ ਦੇ ਭਲੇ ਹਿੱਤ ਵਾਹਿਗੁਰੂ ਅਕਾਲ ਪੁਰਖ ਜੀ ਨੇ ਇਸ ਸੰਸਾਰ ਵਿੱਚ ਭੇਜਿਆ। ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਕਲ ਤਾਰਨ ਗੁਰੂ ਨਾਨਕ ਆਇਆ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤਿਗੁਰੂ ਜੀ ਨੇ ਆ ਕੇ ਦੇਖਿਆ ਕਿ ਲੋਕ ਪਰਮੇਸ਼ਰ ਨੂੰ ਮਿਲਣ ਵਾਸਤੇ ਗਿਣਤੀਆਂ ਮਿਣਤੀਆਂ ਦੇ ਆਧਾਰ ਉੱਤੇ ਯਤਨਸ਼ੀਲ ਹਨ। ਪਾਤਸ਼ਾਹ ਨੇ ਕਿਹਾ ਇਹ ਗਿਣਤੀਆਂ ਮਿਣਤੀਆਂ ਪਰਮੇਸ਼ਰ ਨੂੰ ਮਿਲਣ ਵਿੱਚ ਕੋਈ ਸਹਾਇਤਾ ਨਹੀਂ ਕਰ ਸਕਦੀ। ਇਹਦੇ ਵਿੱਚ ਸਫਲਤਾ ਕਾਮਯਾਬੀ ਤੇ ਹੈ ਉਸ ਦੀ ਕਿਰਪਾ ਦੁਆਰਾ। ਜਦੋਂ ਤੀਕਰ ਉਸ ਦੀ ਨਜ਼ਰ ਨਹੀਂ ਹੁੰਦੀ, ਰਹਿਮਤ ਨਹੀਂ ਹੁੰਦੀ, ਸਾਡੇ ਯਤਨ ਫਲੀਭੂਤ ਨਹੀਂ ਹੁੰਦੇ। ਪਰ ਗੁਰਦੇਵ ਜੀ ਦਾ ਤਰੀਕਾ ਮੈਂ ਪਿਛਲੀ ਪੌੜੀ ਦੀ ਵਿਚਾਰ ਸਮੇਂ ਵੀ ਸਮਝਾਇਆ ਸੀ ਵੀ ਜਿਹੜੇ ਖਿਆਲ ਵਿਚਾਰ ਲੋਕਾਂ ਦੇ ਦਿਮਾਗ ਅੰਦਰ ਸਮਾਏ ਹੁੰਦੇ ਨੇ ਉਹਨਾਂ ਨੂੰ ਯਕਦਮ ਕੰਡੈਮ ਕਰਨਾ ਜਾਂ ਉਹਨਾਂ ਨੂੰ ਹਿਰਦਿਆਂ ਵਿੱਚੋਂ ਕੱਢਣਾ ਬੜਾ ਮੁਸ਼ਕਲ ਹੁੰਦਾ ਹੈ। ਤੋ ਪਾਤਸ਼ਾਹ ਜੀ ਦਾ ਤਰੀਕਾ ਇਹ ਹੈ ਕਿ ਪਹਿਲਾਂ ਉਹਨਾਂ ਪ੍ਰਚਲਿਤ ਤਰੀਕਿਆਂ ਦਾ ਵਰਣਨ ਕੀਤਾ ਜਾਏ, ਫਿਰ ਆਪਣੀ ਰਾਏ ਦਿੱਤੀ ਜਾਏ। ਪਾਤਸ਼ਾਹ ਕਹਿੰਦੇ ਨੇ ਲੋਕਾਂ ਦਾ ਇਹ ਵਿਚਾਰ ਹੈ ਇਹ ਤਰਾਪਤ ਪਵੜੀਆਂ ਚੜੀਏ ਹੋਏ 21। ਇਹ ਤਰਾ ਦਾ ਮਤਲਬ ਹੈ ਇਸ ਰਾਹ ਉੱਤੇ। ਕੁਝ ਵੀਰ ਇਸ ਦਾ ਪਾਠ ਰਾਹੇ ਕਰਦੇ ਹਨ, ਰਾਹੇ ਪਾਠ ਨਹੀਂ ਕਰਨਾ। ਇਹ ਜਿਹੜੀ ਹਾਏ ਨੂੰ ਸਿਆਰੀ ਹੈ ਇਹਦਾ ਮਤਲਬ ਰਾਹ ਉੱਤੇ, ਰਾਹ ਵਿੱਚ। ਇਹ ਤਰਾ ਪਤ ਪਵੜੀਆਂ, ਪਤ ਦਾ ਮਤਲਬ ਹੈ ਪਤੀ ਪਰਮੇਸ਼ਵਰ ਨੂੰ ਮਿਲਣ ਦੀਆਂ ਇਹ ਜੋ ਪੌੜੀਆਂ ਮੰਨੀਆਂ ਗਈਆਂ ਹਨ। ਚੜੀਏ ਹੋਏ 21 ਇਹਨਾਂ ਪੌੜੀਆਂ ਰਾਹੀਂ ਚੜ੍ਹ ਕੇ ਉਹਦੇ ਨਾਲ ਇਕਮਿਕ ਹੋਇਆ ਜਾ ਸਕਦਾ। ਇਹ ਪ੍ਰਚਲਿਤ ਖਿਆਲ ਹੈ। ਹੁਣ ਮਹਾਰਾਜ ਸ਼ੁਰੂ ਤੋਂ ਆਰੰਭ ਕਰਦੇ ਨੇ ਇੱਕ ਦੂ ਜੀਭੋਂ ਲੱਖ ਹੋਏ, ਇੱਕ ਜੀਭਾ ਤੋਂ ਲੱਖ ਹੋ ਜਾਣ। ਹੁਣ ਦੇਖੋ ਗੁਰਬਾਣੀ ਦੇ ਨਿਯਮ ਮੁਤਾਬਕ ਜਿੱਥੇ ਹਾਏ ਨੂੰ ਹੋ ਹੋੜਾ ਈੜੀ ਨੂੰ ਸਿਹਾਰੀ ਆ ਉੱਥੇ ਹੋਏ ਹੈ, ਪਰ ਇੱਥੇ ਬਿਲਕੁਲ ਵਿਲੱਖਣ ਦੋ ਹਾਏ ਨੇ। ਹਾਏ ਨੂੰ ਹੋ ਹੋੜਾ, ਹਾਏ ਨੂੰ ਹਿਸਿਆਰੀ। ਇਹਨੂੰ ਹੋਏ ਨਹੀਂ ਪੜਨਾ ਬਲਕਿ ਹੋਏ। ਜਿਹੜੀ ਹਾਏ ਦੀ ਸਿਹਾਰੀ ਹੈ ਉਹਦੇ ਵਿਚਕਾਰ ਬਿੰਦੀ ਲੱਗ ਹੋਏ ਬੋਲਣਾ। ਜੇ ਇੱਕ ਜੀਭਾ ਤੋਂ ਲੱਖ ਜੀਭਾਂ ਹੋ ਜਾਣ, ਲੱਖ ਹੋਵੇ ਲੱਖ 20, 1 ਲੱਖ ਤੋਂ 20 ਲੱਖ ਹੋ ਜਾਣ। ਲੱਖ ਲੱਖ ਗੇੜਾ ਆਖੀਏ ਇੱਕ ਇੱਕ ਜੀਭਾ ਦੇ ਨਾਲ ਲੱਖ ਲੱਖ ਵਾਰੀ ਉਸ ਪਰਮਾਤਮਾ ਦਾ ਨਾਮ ਲਿਆ ਜਾਏ। ਏਕ ਨਾਮ ਜਗਦੀਸ਼। ਜਗਦੀਸ਼ ਸ਼ਬਦ ਜਿਹੜਾ ਇਸ ਨੂੰ ਸੰਧੀ ਛੇਦ ਕਰਕੇ ਅਰਥ ਕੱਢਾਂਗੇ ਜਗਤ ਈਸ਼।
ਜੋ ਜਗਤ ਦਾ ਮਾਲਕ ਪਰਮੇਸ਼ਵਰ ਹੈ, ਜੇ ਇੱਕ ਜੀਭਾ ਦੇ ਨਾਲ ਲੱਖ ਲੱਖ ਵਾਰੀ ਉਸ ਦਾ ਨਾਮ ਲਿਆ ਜਾਏ। ਏਤ ਰਾਹ ਪਤ ਪਵੜੀਆਂ, ਇਸ ਪਤੀ ਦੇ ਮਿਲਣ ਦੇ ਰਸਤੇ ਉੱਤੇ ਇਹ ਜੋ ਪੌੜੀਆਂ ਹਨ, ਚੜੀ ਹੈ ਹੋਏ 21। ਇੱਕ ਪ੍ਰਚਲਿਤ ਖਿਆਲ ਸੀ ਲੋਕਾਂ ਵਿੱਚ ਕਿ ਬਾਰ-ਬਾਰ ਪਰਮੇਸ਼ਵਰ ਦਾ ਨਾਮ ਲਿਆ ਜਾਏ ਤੇ ਨਾਮ ਲੈਂਦਿਆਂ ਲੈਂਦਿਆਂ ਉਹਦੇ ਨਾਲ ਇਕਮਿਕ ਹੋ ਜਾਏ। ਪਰ ਮੇਰੇ ਗੁਰਦੇਵ ਫਰਮਾਉਂਦੇ ਨੇ, ਇਹਨਾਂ ਗਿਣਤੀਆਂ ਮਿਣਤੀਆਂ ਨਾਲ ਪਰਮੇਸ਼ਵਰ ਤੱਕ ਇਕਮਿਕ ਨਹੀਂ ਹੋਇਆ ਜਾ ਸਕਦਾ। ਹੁਣ ਕੁਝ ਲੋਕਾਂ ਨੇ ਇਸੇ ਤੋਂ ਪ੍ਰੇਰਨਾ ਲੈ ਕੇ ਇਸ ਪਾਸੇ ਰਟਨ ਕਰਨਾ ਸ਼ੁਰੂ ਕਰ ਦਿੱਤਾ। ਰਾਮ 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 ਇੱਕ, ਰਾਮ 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 ਦੋ, ਤਥਾ ਹੋਰ ਕਈ ਗਿਣਤੀਆਂ ਮਿਣਤੀਆਂ ਕਰਨ ਲੱਗ ਪਏ। तो महाराज ने फरमाया, सुन गल्लां आकाश की। आकाश दीयां गल्लां दा मतलब है उच्चियां गल्लां। सुन दे नाले नूं सिहारी है। सुन के इन्हां उच्चियां गल्लां नूं सुन के कीटां आई रीस। कुछ लोग इत्थे कीटा बोलते ने। कीटां कहण दे नाल ये बहुवचन प्लूरल बन जांदा है, क्लीयर हो जांदा है। ਜਿਹੜੇ ਕੀੜੇ ਸਨ, ਭਾਵ ਕੁਝ ਵੀ ਨਹੀਂ ਕਰਨ ਜੋਗੇ, ਉਹਨਾਂ ਨੂੰ ਵੀ ਰੀਸ ਆਈ ਵੀ ਅਸੀਂ ਵੀ ਇਸ ਤਰੀਕੇ ਨਾਲ ਪਰਮਾਤਮਾ ਨੂੰ ਮਿਲ ਜਾਈਏ। ਪਰ ਗੁਰਦੇਵ ਕਹਿੰਦੇ ਨੇ, ਇਹਨਾਂ ਗਿਣਤੀਆਂ ਮਿਣਤੀਆਂ ਦੇ ਨਾਲ ਪਰਮੇਸ਼ਵਰ ਦਾ ਨਾਮ ਬਾਰ-ਬਾਰ ਰਟਨ ਕਰਕੇ ਵੀ ਪਰਮੇਸ਼ਵਰ ਦਾ ਮਿਲਾਪ ਨਹੀਂ ਹੁੰਦਾ। ਕਦੋਂ ਤੱਕ? ਜਦੋਂ ਤੀਕਰ ਉਸ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ। ਨਾਨਕ ਨਦਰੀ ਪਾਈ ਹੈ। ਨਦਰੀ ਦਾ ਮਤਲਬ ਹੈ ਉਸ ਦੀ ਰਹਿਮਤ ਦੀ ਨਜ਼ਰ ਨਾਲ, ਜਿਸ ਨੂੰ ਗੁਰਬਾਣੀ ਵਿੱਚ ਗੁਰਪ੍ਰਸਾਦ ਵੀ ਕਿਹਾ। ਕਿਰਪਾ ਦੁਆਰਾ, ਉਹਦੀ ਕਿਰਪਾ ਤੋਂ ਬਿਨਾਂ ਇਹ ਪ੍ਰਾਪਤੀ ਨਹੀਂ ਹੋ ਸਕਦੀ। ਜਿਹੜੇ ਲੋਕ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਪਏ ਹੋਏ ਨੇ, ਉੱਥੇ ਵੀ ਸੂਖਸ਼ਮ ਹਉਮੈ ਕੰਮ ਕਰ ਜਾਂਦੀ ਹੈ। ਮੈਂ ਇੰਨੀਆਂ ਮਾਲਾ ਫੇਰੀਆਂ ਹਨ, ਮੈਂ ਇੰਨੀ ਵਾਰੀ ਰਾਮ ਰਾਮ ਦਾ ਜਾਪ ਕੀਤਾ ਹੈ, ਮੈਂ ਇੰਨੀ ਵਾਰੀ ਵਾਹਿਗੁਰੂ ਦਾ ਜਾਪ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ, ਇਹ ਗਿਣਤੀਆਂ ਮਿਣਤੀਆਂ ਪਰਮੇਸ਼ਵਰ ਦੇ ਮਿਲਾਪ ਵਿੱਚ ਕੋਈ ਸਹਾਇਤਾ ਨਹੀਂ ਕਰਦੀਆਂ। ਇੱਥੇ ਤਾਂ ਆਪਣੇ ਅੰਦਰੋਂ ਹਉਮੈ ਮਿਟਾਉਣ ਦੀ ਲੋੜ ਹੈ। ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा न हूँ, जब आपा पर का मिट गया, जत देखा तत तू। भगत जी नामदेव जी ने भी किया है, जब हम होते तब तू नाही, अब तू ही मैं नाही। अनल अगम जैसे लहर मैं ओदद, जल केवल जल माही। इस तरह परमेश्वर नाल इकमिकता हो सकती है उसकी किरपा दृष्टि नाल। पर जदों तीकर साडे अंदर हौमे बनी रहेगी कि मैं इन्नी वारी नाम जपिया, मैं इन्नियां माला फेरियां। मैं देखिया कई बारी भोलियां पालियां मातावां अरदास कराउंदियां ने, ज्ञानी जी मैं 250 माला फेरी है, मेरी अरदास कर दो। इहदा मतलब गिणती मिणती भी ध्यान है। ਜਦੋਂ ਕਿ ਗੁਰੂ ਪਾਤਸ਼ਾਹ ਤੇ ਕਹਿੰਦੇ ਨੇ, ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ, ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਉ ਬਾਰੇ, ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਪਰਮੇਸ਼ਵਰ ਜੀ ਨਾਲ ਪਿਆਰ ਤੇ ਇਸ ਤਰ੍ਹਾਂ ਦਾ ਕਰਨਾ ਹੈ, ਜਿਹੜਾ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੋਵੇ। ਤੇ ਫੇਰ ਮੰਗਣਾ ਕੀ ਹੈ? ਤੇਰੀ ਕਿਰਪਾ ਹੋਵੇਗੀ, ਸਾਡਾ ਇਹ ਯਤਨ ਸਫਲ ਹੋ ਜਾਏਗਾ। तो गुरुदेव ने यह भरम खत्म कर दिता भी ये जड़ा ख्याल है कि इन्नी बारी नाम जपांगे तो फिर मिलाप हो जाएगा। कहते नहीं, इन्हां गिणतियां मिणतियां ते परमेश्वर नहीं रीझदा। कुछ लोग बहुता पढ़न ते जोर देंदे ने, कुछ विचार करन ते जोर देंदे ने। भगत जी इस तो वखरी विचार करते, क्या पढ़िए क्या गुनीए, क्या वेद पुराना सुनिए, पढ़े सुने क्या होई, जो सहज न मिलियो सोई। हर का नाम न जब गवारा, क्या सोचें बारंबार। भाई प्यार नाल जपो ते गिणतियां मिणतियां दी गल छड्डो ते मंगो उस दी किरपा। इस पौड़ी दे अंदर पातशाह ने इस गल नूं क्लीयर कीता है।
ਪਰ ਜੇ ਕੋਈ ਬੰਦਾ ਫਿਰ ਵੀ ਕਹਿੰਦਾ ਨਹੀਂ ਮੈਂ ਗਿਣਤੀਆਂ ਮਿਣਤੀਆਂ ਨਾਲ ਮਿਲਾਂਗਾ ਜਾਂ ਮਿਲ ਸਕਦਾ, ਫਿਰ ਪਾਤਸ਼ਾਹ ਕਹਿੰਦੇ ਕੂੜੇ ਕੂੜੀ ਠੀਸ, ਇਹ ਕੂੜੇ ਬੰਦੇ ਦੀ ਕੂੜੀ ਠੀਸ ਹੈ, ਗੱਪ ਹੈ। ਇਸ ਤਰੀਕੇ ਨਾਲ ਪਰਮੇਸ਼ਵਰ ਦਾ ਮਿਲਾਪ ਨਹੀਂ ਹੋ ਸਕਦਾ। ਫਿਰ ਧਿਆਨ ਦਿਓ, ਇੱਕ ਦੂ ਜੀਵੋਂ ਲੱਖ ਹੋਏ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਇਹ ਤਾਂ ਰਾਹ ਪਤ ਪਬੜੀਆਂ ਚੜੀਐ ਹੋਏ 21। ਸੁਣ ਗੱਲਾਂ ਆਕਾਸ਼ ਕੀ, ਸੁਣ ਤੇ ਥੋੜਾ ਜਿਹਾ ਰੁਕਣਾ, ਸੁਣ ਗੱਲਾਂ ਨਹੀਂ ਕਹਿਣਾ, ਸੁਣ ਗੱਲਾਂ ਆਕਾਸ਼ ਕੀ। ਇਹ ਉੱਚੀਆਂ ਗੱਲਾਂ ਪਰਮੇਸ਼ਵਰ ਨੂੰ ਮਿਲਣ ਵਾਲੀਆਂ ਸੁਣ ਕੇ ਕੀਟਾਂ ਆਈ ਰੀਸ, ਜਿਹੜੇ ਕੁਝ ਵੀ ਕਰਨ ਜੋਗੇ ਨਹੀਂ ਉਹਨਾਂ ਦੇ ਮਨ ਵਿੱਚ ਰੀਸ ਆਈ। ਪਰ ਪਾਤਸ਼ਾਹ ਕਹਿੰਦੇ ਨਾਨਕ ਨਦਰੀ ਪਾਈ ਹੈ, ਜਦੋਂ ਤੀਕਰ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ, ਕੂੜੀ ਕੂੜਾ ਠੀਸ। ਇਹ ਝੂਠੇ ਬੰਦੇ ਦੀ ਝੂਠੀ ਗੱਪ ਹੈ ਕਿ ਇਸ ਤਰ੍ਹਾਂ ਪਰਮਾਤਮਾ ਮਿਲ ਸਕਦਾ ਹੈ। ਪਰਮਾਤਮਾ ਦਾ ਮਿਲਾਪ ਤੇ ਉਦੋਂ ਹੀ ਹੈ ਜਦੋਂ ਉਸ ਦੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਹੋ ਜਾਏ। ਫਿਰ ਪਾਤਸ਼ਾਹ ਕਹਿੰਦੇ ਨੇ ਆਖਣ ਜ਼ੋਰ ਚੁਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਹੁਣ 33 ਨੰਬਰ ਪੌੜੀ ਵਿੱਚ ਮਹਾਰਾਜ ਇਹਨੂੰ ਹੋਰ ਸਪਸ਼ਟ ਕਰਦੇ, ਕਹਿੰਦੇ ਨੇ ਆਖਣ ਜ਼ੋਰ ਚੁਪੈ ਨਾ ਜ਼ੋਰ। ਜੇ ਕੋਈ ਕਹੇ ਕਿ ਮੈਂ ਆਪਣੀ ਸ਼ਕਤੀ ਦੇ ਨਾਲ ਉਸਦੇ ਗੁਣਾਂ ਨੂੰ ਕਹਿ ਸਕਦਾ ਹਾਂ, ਮਹਾਰਾਜ ਕਹਿੰਦੇ ਨੇ ਇਹ ਵੀ ਸਾਡੀ ਸਮਰੱਥਾ ਵਿੱਚ ਨਹੀਂ। ਚੁਪੈ ਨਾ ਜ਼ੋਰ, ਜੇ ਕੋਈ ਆਖੇ ਮੈਂ ਚੁੱਪ ਕਰਕੇ ਬੈਠਾ ਰਵਾਂ, ਇਹ ਵੀ ਸਾਡੇ ਵੱਸ ਦੀ ਗੱਲ ਨਹੀਂ। ਔਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਨਾ ਮੰਗਣ ਵਿੱਚ ਸਾਡਾ ਕੋਈ ਜ਼ੋਰ ਚੱਲਦਾ ਹੈ, ਨਾ ਦੇਣ ਵਿੱਚ ਸਾਡਾ ਕੋਈ ਜ਼ੋਰ ਚੱਲਦਾ ਹੈ। ਔਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਨਾ ਅਸੀਂ ਆਪਣੀ ਇੱਛਾ ਨਾਲ ਬਹੁਤਾ ਸਮਾਂ ਜੀ ਸਕਦੇ ਹਾਂ ਤੇ ਨਾ ਹੀ ਮਰ ਸਕਦੇ ਹਾਂ। ਭਾਵ ਇਹ ਸਾਡੀ ਆਪਣੀ ਸਮਰੱਥਾ ਦੀ ਗੱਲ ਨਹੀਂ ਹੈਗੀ। ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਆਖਿਆ ਇਹ ਜਿਹੜਾ ਰਾਜ ਦੇ ਮਾਲ ਦਾ ਮਨ ਵਿੱਚ ਸ਼ੋਰ ਹੈ, ਫੂਫਾ ਹੈ, ਹਉਮੈ ਹੈ, ਇਹਦੇ ਵਿੱਚ ਵੀ ਸਾਡਾ ਜ਼ੋਰ ਨਹੀਂ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਸੁਰਤੀ ਨੂੰ ਜੋੜਨਾ ਤਥਾ ਗਿਆਨ ਦੀ ਵਿਚਾਰ ਕਰਨੀ, ਇਹ ਵੀ ਸਾਡੀ ਸਮਰੱਥਾ ਵਿੱਚ ਨਹੀਂ। ਫਿਰ ਪਾਤਸ਼ਾਹ ਕਹਿੰਦੇ ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਉਹ ਜੁਗਤੀਆਂ ਜਿਨ੍ਹਾਂ ਨੂੰ ਅਮਲ ਵਿੱਚ ਲਿਆ ਕੇ ਸੰਸਾਰ ਦੇ ਬੰਧਨਾਂ ਤੋਂ ਛੁੱਟਿਆ ਜਾ ਸਕਦਾ ਤਥਾ ਸੰਸਾਰ ਜਮਨ ਮਨ ਤੋਂ ਰਹਿਤ ਹੋ ਸਕਦਾ, ਉਹਦੇ ਵਿੱਚ ਵੀ ਸਾਡਾ ਜ਼ੋਰ ਨਹੀਂ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਹੱਥ ਦੇ ਥੱਥੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਹੈ ਹੱਥ ਵਿੱਚ ਜਿਸ ਪਰਮਾਤਮਾ ਦੇ ਹੱਥ ਵਿੱਚ ਇਹ ਸਾਰੀ ਤਾਕਤ ਹੈ ਉਹੋ ਹੀ ਕਰਕੇ ਵੇਖਦਾ ਹੈ। ਭਾਵ ਉਹੀ ਸਮਰੱਥ ਹੈ। ਨਾਨਕ ਉੱਤਮ ਨੀਚ ਨਾ ਕੋਏ, ਕੋਈ ਆਪਣੇ ਕਹਿਣ ਨਾਲ ਨਾ ਉੱਤਮ ਹੈ ਨਾ ਨੀਵਾਂ ਹੈ। ਇਹ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੈ, ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਹੋ ਜਾਏ। ਮਤਲਬ ਕਹਿਣ ਤੋਂ ਜਿਹੜੇ ਲੋਕ ਹਠ ਯੋਗ ਦੇ ਨਾਲ ਜ਼ਬਰਦਸਤੀ ਆਪਣੇ ਆਪ ਨੂੰ ਇਸ ਤਰ੍ਹਾਂ ਢਾਲਣ ਦਾ ਯਤਨ ਕਰਦੇ ਨੇ, ਗੁਰਮਤ ਵਿੱਚ ਹਠ ਯੋਗ ਨੂੰ ਕੋਈ ਮਹਾਨਤਾ ਨਹੀਂ। ਇੱਥੇ ਤਾਂ ਸਹਿਜ ਯੋਗ ਦੀ ਗੱਲ ਹੈ। ਗੁਰੂ ਦੇ ਦੱਸੇ ਮਾਰਗ ਤੇ ਚੱਲੋ। ਪਾਤਸ਼ਾਹ ਫਰਮਾਉਂਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਸਭ ਕੁਝ ਕਰਦਿਆਂ ਹੋਇਆਂ ਵੀ ਇਹ ਕਹਿਣਾ ਹੈ ਦਾਤਾਰ ਤੇਰੀ ਕਿਰਪਾ ਦੇ ਨਾਲ ਮੈਂ ਪਾਠ ਕੀਤਾ ਹੈ, ਤੇਰੀ ਕਿਰਪਾ ਦੇ ਨਾਲ ਮੈਂ ਨਿਤਨੇਮ ਕੀਤਾ ਹੈ, ਤੇਰੀ ਕਿਰਪਾ ਦੇ ਨਾਲ ਮੈਂ ਸੇਵਾ ਕੀਤੀ ਹੈ।
ਆਪ ਕ੍ਰੈਡਿਟ ਨਹੀਂ ਲੈਣਾ, ਬਲਕਿ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੀ ਧੰਨਵਾਦ ਕਰਨਾ ਹੈ। ਹੁੰਦਾ ਕੀ ਹੈ, ਜਦੋਂ ਅਸੀਂ ਗੁਰੂ ਪਾਸ ਜਾਂਦੇ ਹਾਂ, ਗੁਰੂ ਸਾਨੂੰ ਸਾਡੀ ਕਮਜ਼ੋਰੀ ਦੱਸਦੇ ਹਨ, ਵੀਕਨੈਸ ਦੱਸਦੇ ਹਨ, ਉਹ ਖੱਪਾ ਦੱਸਦੇ ਹਨ ਜਿਹਦੇ ਰਾਹੀਂ ਚੋਰ ਆ ਕੇ ਸਾਡਾ ਸਭ ਧਰਮਾ ਲੁੱਟ ਜਾਂਦੇ ਨੇ। ਕਬੀਰ ਜੀ ਨੇ ਕਿਹਾ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲਿਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਗੁਰ ਦੇ ਰਾਰੇ ਨੂੰ ਸਿਆਰੀ ਹੈ, ਗੁਰੂ ਨੇ ਮੈਨੂੰ ਉਹ ਮੋਰੀ, ਉਹ ਖੱਪਾ, ਉਹ ਵੀਕਨੈਸ, ਉਹ ਰਸਤਾ ਦੱਸ ਦਿੱਤਾ। ਜਿਤ ਮਿਰਗ ਪੜਤ ਹੈ ਚੋਰੀ, ਜਿਸ ਰਸਤਿਓਂ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਮਿਰਗ ਵੜਦੇ ਨੇ ਔਰ ਮੇਰੀ ਸ਼ੁਭ ਗੁਣਾਂ ਦੀ ਫਸਲ ਲੁੱਟ ਲੈਂਦੇ ਨੇ। ਜਦੋਂ ਅਸੀਂ ਗੁਰੂ ਸਾਹਿਬ ਦੇ ਕੋਲ ਅਰਦਾਸ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਉਹ ਦੱਸਦੇ ਨੇ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜੋ ਕੁੰਚਰੀ ਇਸ਼ਨਾਨ। ਜਦੋਂ ਅਸੀਂ ਇਹ ਕਹਿੰਦੇ ਹਾਂ, ਮੈਂ ਪਾਠ ਕੀਤਾ, ਮੈਂ ਨਿਤਨੇਮ ਕੀਤਾ, ਮੈਂ ਸੇਵਾ ਕੀਤੀ, ਮੈਂ ਦਾਨ ਕੀਤਾ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹੀ ਕਮਜ਼ੋਰੀ ਹੈ। ਇਸ ਗੁਮਾਨ ਕਰਨ ਦੇ ਨਾਲ ਸਾਡਾ ਉਹ ਕੀਤਾ ਪਾਠ, ਸਾਡੀ ਉਹ ਕੀਤੀ ਸੇਵਾ ਸਭ ਅਕਰਥ ਚਲੀ ਜਾਂਦੀ। ਜਿਵੇਂ ਹਾਥੀ ਬੜੇ ਡੂੰਘੇ ਪਾਣੀ ਵਿੱਚ ਇਸ਼ਨਾਨ ਕਰਦਾ ਹੈ ਔਰ ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲਦਾ ਹੈ, ਫਿਰ ਆਪਣੀ ਸੁੰਡ ਦੇ ਨਾਲ ਆਪਣੇ ਸਰੀਰ ਉੱਤੇ ਸੁਆਹ ਮਿੱਟੀ ਪਾ ਲੈਂਦਾ, ਉਹ ਇਸ਼ਨਾਨ ਬੇਕਾਰ ਹੈ। ਸੱਚਮੁੱਚ ਇਸੇ ਤਰ੍ਹਾਂ ਜਦੋਂ ਅਸੀਂ ਇਸ ਭਰਮ ਨੂੰ ਪਾਲਦੇ ਹਾਂ ਕਿ ਮੈਂ ਇਹ ਕੰਮ ਕੀਤਾ ਹੈ, ਇਹ ਸਾਡਾ ਭਰਮ ਹੀ ਸਾਡੇ ਲਈ ਨੁਕਸਾਨਦੇਹ ਹੈ। ਪਾਤਸ਼ਾਹ ਕਹਿੰਦੇ ਨੇ, ਸਭ ਉਸ ਮਾਲਕ ਦੇ ਹੱਥ ਵਿੱਚ ਹੈ। ਨਾਨਕ ਉੱਤਮ ਨੀਚ ਨਾ ਕੋਏ। ਆਪਣੇ ਯਤਨਾਂ ਜਾਂ ਆਪਣੇ ਕਹਿਣ ਨਾਲ ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ। ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜਿਸ ਮਾਲਕ ਦੇ ਹੱਥ ਵਿੱਚ ਇਹ ਬਖਸ਼ਿਸ਼ ਹੈ, ਤਾਕਤ ਹੈ, ਉਹ ਹੀ ਕਰਕੇ ਵੇਖਦਾ ਹੈ। ਔਰ ਇਸ ਲਈ ਸਾਨੂੰ ਸਦਾ ਹੀ ਨਿਮਰਤਾ ਵਿੱਚ ਰਹਿ ਕੇ ਉਸ ਦੇ ਦਰ ਦੇ ਮੰਗਤੇ ਬਣੇ ਰਹਿਣਾ ਚਾਹੀਦਾ ਹੈ। ਜਿਵੇਂ ਗੁਰੂ ਰਾਮਦਾਸ ਜੀ ਦਾ ਹੁਕਮ ਹੈ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਹੋ ਦਇਆਲ, ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਭਾਵ ਕਦੇ ਵੀ ਅਹੰਕਾਰ, ਕਦੇ ਵੀ ਗਿਣਤੀਆਂ ਮਿਣਤੀਆਂ, ਕਦੇ ਵੀ ਹਠ ਯੋਗ ਦਾ ਆਸਰਾ ਨਹੀਂ ਲੈਣਾ। ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਅਖਰੀ ਅਰਥ ਅਤੇ ਵਿਆਖਿਆ ਅਰਥ ਸਮਝਾਏ ਨੇ। ਹੁਣ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ। ਤਦ ਤੱਕ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ।